जी का खालसा वाहिगुरू जी की फतेह। बेटा अज ਆਪਾਂ पाठ दूसरा ਜਿਹੜਾ ਉਹ ਪੜਾਂਗੇ ਪੰਜਾਬ ਦੇ ਮੇਲੇ ਤੇ ਤਿਉਹਾਰ। ਇਹਦੇ ਲੇਖਕ ਹੈਗੇ ਆ ਡਾਕਟਰ S ਵਣਜਾਰਾ ਬੇਦੀ। ਮਤਲਬ ਪੰਜਾਬ ਦੇ ਮੇਲਿਆਂ ਤੇ ਤਿਉਹਾਰਾਂ ਤੋਂ ਜਾਣੂ ਕਰਵਾਇਆ ਗਿਆ। ਇਸ ਪਾਠ ਦੇ ਵਿੱਚ ਲੇਖਕ ਕੀ ਦੱਸਦਾ ਕਿ ਕਿਸੇ ਵੀ ਜਾਤੀ ਦੀ ਸੰਸਕ੍ਰਿਤਿਕ ਨੁਹਾਰ ਮੇਲਿਆਂ ਤੇ ਤਿਉਹਾਰਾਂ ਵਿੱਚੋਂ ਪੂਰੇ ਰੰਗ ਵਿੱਚ ਪ੍ਰਤੀਬਿੰਬਤ ਹੁੰਦੀ ਹੈ। ਸੰਸਕ੍ਰਿਤਿਕ ਨੁਹਾਰ ਦਾ ਮਤਲਬ ਕਿ ਜੇ ਕਿਸੇ ਵੀ ਜਾਤ, ਕੌਮ, ਗਰੁੱਪ, ਸਮੁਦਾਇ, ਕਮਿਊਨਿਟੀ ਜਾਂ ਧਰਮ ਕਿਸੇ ਵੀ ਜਾਤੀ ਦੇ ਲੋਕਾਂ ਦਾ ਜਿਹੜਾ ਸੱਭਿਆਚਾਰਕ ਹੈਗਾ ਰੂਪ ਰੰਗ ਜੇ ਉਹ ਵੇਖਣਾ ਹੋਵੇ ਤਾਂ ਉਹ ਸਾਨੂੰ ਪੂਰੇ ਚੰਗੇ ਤਰੀਕੇ ਦੇ ਨਾਲ ਮੇਲਿਆਂ ਜਾਂ ਤਿਉਹਾਰਾਂ ਵਿੱਚੋਂ ਹੀ ਦਿਖਾਈ ਦਿੰਦਾ ਹੈ। ਫਿਰ ਦੱਸਿਆ ਕਿ ਮੇਲੇ ਹੁੰਦੇ ਕੀ ਆ। ਮੇਲਿਆਂ ਵਿੱਚ ਜਾਤੀ ਖੁੱਲ੍ਹ ਕੇ ਸਾਹ ਲੈਂਦੀ ਆ, ਲੋਕ ਪ੍ਰਤਿਭਾ ਨਿਖਰਦੀ ਆ ਅਤੇ ਚਰਿੱਤਰ ਦਾ ਨਿਰਮਾਣ ਹੁੰਦਾ। ਮੇਲਿਆਂ ਵਿੱਚ ਮੇਲੇ ਦੇ ਮਤਲਬ 3 ਗੁਣ ਮੰਨੇ ਗਏ ਆ ਕਿ ਜਿਸ ਧਰਮ ਜਾਂ ਜਾਤ ਦੇ ਨਾਲ ਸੰਬੰਧਿਤ ਹੋਵੇ ਉਸ ਧਰਮ ਦੇ ਲੋਕ ਜਾਂ ਜਾਤ ਦੇ ਲੋਕ ਜਿਹੜੇ ਉਹ ਖੁੱਲ੍ਹ ਮਾਣਦੇ ਆ ਮੇਲਿਆਂ 'ਚ। ਲੋਕਾਂ ਦੇ ਅੰਦਰ ਦਾ ਛੁਪਿਆ ਜਿਹੜਾ ਹੁਨਰ ਆ, ਪ੍ਰਤਿਭਾ ਆ, ਟੈਲੈਂਟ ਆ ਉਹ ਨਿਖਰ ਕੇ ਸਾਹਮਣੇ ਆਉਂਦਾ ਆ ਅਤੇ ਚਰਿੱਤਰ ਦਾ ਨਿਰਮਾਣ ਜਿਹੜਾ ਉਹ ਮੇਲੇ ਕਰਦੇ। ਮਨ ਪਰਚਾਵੇ ਤੇ ਮੇਲ ਜੋਲ ਦੇ ਸਮੂਹਿਕ ਵਸੀਲੇ ਹੋਣ ਦੇ ਨਾਲ ਨਾਲ ਮੇਲੇ ਧਾਰਮਿਕ ਤੇ ਕਲਾਤਮਿਕ ਭਾਵਾਂ ਦੀ ਵੀ ਤ੍ਰਿਪਤੀ ਕਰਦੇ ਆ। ਮਤਲਬ ਜਿੱਥੇ ਮੇਲੇ ਜਿਹੜੇ ਆਪਸ 'ਚ ਮੇਲ ਜੋਲ ਨੂੰ ਵਧਾਉਂਦੇ ਆ, ਮਨ ਪਰਚਾਵਾ ਕਰਦੇ, ਉੱਥੇ ਨਾਲ ਦੀ ਨਾਲ ਮਨੁੱਖ ਦੇ ਅੰਦਰਲੀਆਂ ਜਿਹੜੀਆਂ ਭਾਵਨਾਵਾਂ ਆ ਉਹਨਾਂ ਨੂੰ ਵੀ ਤ੍ਰਿਪਤ ਕਰਦੇ ਆ, ਸੈਟਿਸਫਾਈ ਕਰਦੇ ਆ। ਇਹਨਾਂ ਵਿੱਚ ਜਾਤੀ ਦਾ ਸਮੁੱਚਾ ਮਨ ਤਾਲਬੱਧ ਹੋ ਕੇ ਨੱਚਦਾ ਆ ਅਤੇ ਇਕਸੁਰ ਹੋ ਕੇ ਗੂੰਜਦਾ ਆ। ਭਾਵ ਕਿ ਸਮੁੱਚੀ ਜਾਤੀ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਇਕਸੁਰ ਹੋ ਕੇ ਅਤੇ ਆਪਣੇ ਪੂਰੇ ਜਲੌਅ ਦੇ ਵਿੱਚ ਮੇਲੇ ਵਿੱਚ ਸ਼ਿਰਕਤ ਕਰਦੀ। ਅੱਗੇ ਕੀ ਕਿਹਾ ਲੇਖਕ ਨੇ ਕਿ ਮੇਲਾ ਬੀਜ ਰੂਪ ਵਿੱਚ ਪੰਜਾਬੀ ਚਰਿੱਤਰ ਵਿੱਚ ਹੀ ਸਮਾਇਆ ਹੋਇਆ। ਭਾਵ ਕਿ ਮੁੱਢਲੇ ਰੂਪ ਵਿੱਚ ਜੇ ਵੇਖਿਆ ਜਾਵੇ ਤਾਂ ਪੰਜਾਬੀਆਂ ਦੇ ਸੁਭਾਅ ਵਿੱਚ ਹੀ ਮੇਲਾ ਜਿਹੜਾ ਉਹ ਸ਼ਾਮਿਲ ਆ। ਪੰਜਾਬੀਆਂ ਲਈ ਹਰ ਪਲ, ਹਰ ਪੁਰਬ, ਹਰ ਦਿਨ ਜਿਹੜਾ ਉਹ ਮੇਲਾ ਹੁੰਦਾ ਆ। ਦੂਸਰੇ ਪ੍ਰਾਂਤਾਂ ਵਾਲੇ ਲੋਕ ਪੰਜਾਬੀਆਂ ਬਾਰੇ ਕੀ ਵਿਚਾਰ ਰੱਖਦੇ ਆ ਕਿ ਪੰਜਾਬੀ ਆਏ ਦੁਨੀਆ ਦੇ ਉੱਤੇ ਮੇਲਾ ਮਨਾਉਣ ਆ। ਭਾਵ ਕਿ ਪੰਜਾਬੀਆਂ ਦੀ ਇਹ ਫਿਤਰਤ ਆ ਕਿ ਉਹ ਜਿਹੜਾ ਮੇਲਿਆਂ ਵਿੱਚ ਬੜੇ ਉਤਸ਼ਾਹ ਨਾਲ ਜਾਂਦੇ ਆ। ਇਸ ਕਰਕੇ ਦੂਸਰੇ ਰਾਜਾਂ ਦੇ ਲੋਕਾਂ ਦੇ ਇਹਨਾਂ ਪ੍ਰਤੀ ਇਹ ਵਿਚਾਰ ਆ ਕਿ ਇਹ ਦੁਨੀਆ ਦੇ ਉੱਤੇ ਸਿਰਫ ਆਏ ਮੌਜ ਮਸਤੀ ਕਰਨ ਜਾਂ ਮੇਲੇ ਮਨਾਉਣੇ। ਜਿੱਥੇ 4-5 ਪੰਜਾਬੀ ਜੁੜ ਜਾਣ ਉਹ ਤੁਰਦਾ ਫਿਰਦਾ ਮੇਲਾ ਬਣ ਜਾਂਦਾ ਆ। ਮਤਲਬ ਪੰਜਾਬੀਆਂ ਦਾ ਜਿਹੜਾ ਖੁੱਲ੍ਹਾ ਡੁੱਲਾ ਸੁਭਾਅ ਆ ਉਹ ਇਹ ਦਰਸਾਉਂਦਾ ਕਿ ਜੇ 4-5 ਪੰਜਾਬੀ ਵੀ ਇੱਕ ਜਗ੍ਹਾ ਦੇ ਉੱਤੇ ਖੜੇ ਹੋਣ ਤਾਂ ਇੰਝ ਪ੍ਰਤੀਤ ਹੁੰਦਾ ਜਿਵੇਂ ਮੇਲਾ ਲੱਗਾ ਹੋਵੇ। ਪਰ ਜਦੋਂ ਸੱਚਮੁੱਚ ਹੀ ਕੋਈ ਤਿਉਹਾਰ ਜਾਂ ਮੇਲਾ ਹੋਵੇ ਫਿਰ ਤੇ ਕਹਿੰਦੇ ਕਿ ਪੰਜਾਬੀਆਂ ਦਾ ਜਲਾਲ ਅਤੇ ਉਤਸ਼ਾਹ ਵੇਖਣ ਵਾਲਾ ਹੁੰਦਾ ਹੈ। ਮੀਨਜ਼ ਜੇ ਵਾਕਿਆ ਹੀ ਕੋਈ ਮੇਲਾ ਜਾਂ ਤਿਉਹਾਰ ਹੋਵੇ ਤਾਂ ਫਿਰ ਪੰਜਾਬੀ ਜਿਹੜੇ ਆਪਣੇ ਪੂਰੇ ਰੰਗ ਦੇ ਵਿੱਚ ਆਏ ਦਿਖਾਈ ਦਿੰਦੇ। ਮੇਲਾ ਇੱਕੋ ਇੱਕ ਇਹੋ ਜਿਹਾ ਇਕੱਠ ਮੰਨਿਆ ਜਾਂਦਾ ਆ ਜਿਸ ਵਿੱਚ ਸਾਰੇ ਲਾੜੇ ਹੁੰਦੇ ਆ, ਬਰਾਤੀ ਕੋਈ ਵੀ ਨਹੀਂ। ਭਾਵ ਕਿ ਜੇ ਤੇ ਬਰਾਤ ਹੋਵੇ ਤਾਂ ਉਹਦੇ ਵਿੱਚ ਇੱਕ ਲਾੜਾ ਹੁੰਦਾ ਅਤੇ ਬਾਕੀ ਸਾਰੇ ਜਾਂਝੀ ਜਾਂ ਬਰਾਤੀ ਹੁੰਦੇ ਆ ਅਤੇ ਉੱਥੇ ਸੈਂਟਰ ਆਫ ਅਟਰੈਕਸ਼ਨ ਜਿਹੜਾ ਉਹ ਲਾੜਾ ਹੁੰਦਾ ਹੈ। ਪਰ ਜਿਹੜਾ ਮੇਲਾ ਆ ਉਹਦੇ ਵਿੱਚ ਸਾਰੇ ਜਿਹੜੇ ਆ ਉਹ ਲਾੜੇ ਹੀ ਹੁੰਦੇ ਆ। ਮਤਲਬ ਆਪਣੇ ਆਪ ਦੇ ਵਿੱਚ ਸਾਰੇ ਜਿਹੜੇ ਉਹ ਸੈਂਟਰ ਆਫ ਅਟਰੈਕਸ਼ਨ ਹੀ ਮੰਨਦੇ ਆਪਣੇ ਆਪ ਨੂੰ। ਪੰਜਾਬੀ ਮੇਲੇ ਵਿੱਚ ਸੱਚਮੁੱਚ ਲਾੜਾ ਬਣਿਆ ਘੁੰਮਦਾ ਆ। ਉਸ ਦਾ ਆਪਣਾ ਆਪ ਜਾਂ ਨਿੱਜ ਘੋੜੀ ਚੜ੍ਹਿਆ ਹੁੰਦਾ ਆ। ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਅਤੇ ਲੁਭਾਵਣਾ ਹੁੰਦਾ ਆ ਅਤੇ ਨਾਲ ਦੀ ਨਾਲ ਇਹ ਸੱਭਿਆਚਾਰਕ ਪ੍ਰਤੀਨਿਧਤਾ ਵੀ ਕਰਦਾ। ਕਹਿਣ ਦਾ ਭਾਵ ਕਿ ਜਿੱਥੇ ਮੇਲੇ ਜਿਹੜੇ ਮਨ ਨੂੰ ਮੋਹਣ ਵਾਲੇ ਹੁੰਦੇ ਆ ਨਾਲ ਦੀ ਨਾਲ ਉਹ ਉਸ ਸੱਭਿਆਚਾਰ ਦੀ ਜਿਹੜੀ ਪ੍ਰਤੀਨਿਧਤਾ ਆ ਉਹ ਵੀ ਕਰਨ ਦਾ ਕੰਮ ਕਰਦੇ ਆ। ਪੰਜਾਬੀ ਹਰ ਪੁਰਬ ਤੇ ਮੇਲੇ ਉੱਤੇ ਕੋਈ ਨਾ ਕੋਈ ਨਵੀਂ ਚੀਜ਼ ਜ਼ਰੂਰ ਖਰੀਦਦੇ ਆ। ਇਸ ਕਰਕੇ ਮੇਲੇ ਵਿੱਚ ਇੱਕ ਬਾਜ਼ਾਰ ਜਿਹੜਾ ਉਹ ਉੱਭਰ ਆਉਂਦਾ ਹੈ। ਮਤਲਬ ਤੁਸੀਂ ਵੀ ਵੇਖਿਆ ਹੋਣਾ ਕਿ ਜਦੋਂ ਵੀ ਕਿਤੇ ਕੋਈ ਮੇਲਾ ਲੱਗਦਾ ਹੈ ਉੱਥੇ ਨਾਲ ਦੀ ਨਾਲ ਆਰਜੀ ਜਿਹੜੀਆਂ ਦੁਕਾਨਾਂ ਆ ਉਹ ਵੀ ਸੱਜ ਜਾਂਦੀਆਂ ਕਿਉਂਕਿ ਪੰਜਾਬੀਆਂ ਦਾ ਸੁਭਾਅ ਕਿ ਭਾਵੇਂ ਉਹਨਾਂ ਕੋਲ ਸਾਰਾ ਕੁਛ ਹੀ ਹੋਵੇ ਫਿਰ ਵੀ ਉਹ ਜਿਹੜਾ ਸਾਜੋ ਸਮਾਨ ਉਹ ਮੇਲਿਆਂ ਵਿੱਚੋਂ ਖਰੀਦਦੇ ਆ। ਇਸ ਕਰਕੇ ਮੇਲਾ ਜਿਹੜਾ ਉਹ ਮੇਲੇ ਦੇ ਵਿੱਚ ਇੱਕ ਬਾਜ਼ਾਰ ਜਿਹੜਾ ਉਹ ਲੱਗ ਜਾਂਦਾ ਹੈ। ਖਾਣ ਪੀਣ ਦੀਆਂ ਵੰਨ ਸੁਵੰਨੀਆਂ ਚੀਜ਼ਾਂ ਦੇ ਨਾਲ ਨਾਲ ਨਿੱਤ ਵਰਤੋਂ ਵਿੱਚ ਆਉਣ ਵਾਲਾ ਸਾਜੋ ਸਮਾਨ, ਚੂੜੀਆਂ, ਵੰਗਾਂ, ਹਾਰ ਸ਼ਿੰਗਾਰ, ਖਿਡੌਣੇ ਇਹੋ ਜਿਹੀਆਂ ਦੁਕਾਨਾਂ ਜਿਹੜੀਆਂ ਵਾ ਮੇਲਿਆਂ ਦੇ ਵਿੱਚ ਸੱਜ ਜਾਂਦੀਆਂ। ਫਿਰ ਮੇਲੇ ਦੇ ਵਿੱਚ ਇਲਾਕੇ ਦੇ ਕਲਾਕਾਰ ਅਤੇ ਸ਼ਿਲਪੀ ਲੋਕ ਸ਼ਿਲਪੀ ਹੁੰਦੇ ਆ ਹੁਨਰਮੰਦ ਲੋਕ ਜਿਨ੍ਹਾਂ ਦੇ ਹੱਥ ਵਿੱਚ ਕਿਸੇ ਕਿਸਮ ਦੀ ਸਕਿੱਲ ਜਾਂ ਹੁਨਰ ਹੋਵੇ। ਉਹ ਆਪੋ ਆਪਣੀ ਕਲਾ ਦਾ ਜਿਹੜਾ ਪ੍ਰਦਰਸ਼ਨ ਉਹ ਮੇਲਿਆਂ ਵਿੱਚ ਕਰਦੇ ਆ। ਭਾਵ ਕਿ ਜੋ ਉਹਨਾਂ ਨੇ ਸਾਜੋ ਸਮਾਨ ਤਿਆਰ ਕੀਤਾ ਹੁੰਦਾ ਆ ਉਹ ਮੇਲਿਆਂ ਦੇ ਵਿੱਚ ਲੈ ਕੇ ਆਉਂਦੇ ਆ। ਜੇ ਪੰਜਾਬ ਦੇ ਮੇਲਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਬਹੁਤੇ ਮੇਲੇ ਜਿਹੜੇ ਉਹ ਮੌਸਮਾਂ, ਰੁੱਤਾਂ ਅਤੇ ਤਿਉਹਾਰਾਂ ਨਾਲ ਸੰਬੰਧਿਤ ਹੁੰਦੇ। ਮੌਸਮੀ ਮੇਲੇ ਮਨੁੱਖੀ ਮਨ ਦੀ ਕੁਦਰਤ ਨਾਲ ਇਕਸੁਰਤਾ ਦੇ ਪ੍ਰਤੀਕ ਆ।
ਰੁੱਤਾਂ ਦੇ ਬਦਲਦੇ ਗੇੜ ਵਿੱਚੋਂ ਇਹ ਜਨਮ ਲੈਂਦੇ ਆ। ਹਰ ਨਵੀਂ ਰੁੱਤ ਆਪਣੇ ਨਾਲ ਨਵੇਂ ਕੁਦਰਤੀ ਵਾਤਾਵਰਨ ਨੂੰ ਲੈ ਕੇ ਆਉਂਦੀ ਆ ਤੇ ਜੀਵਨ ਦੇ ਵਿੱਚ ਨਵਾਂ ਸਾਹਸ, ਹਿੰਮਤ ਜਾਂ ਦਲੇਰੀ ਭਰਦੀ ਹੈ। ਰੁੱਤਾਂ ਵਿੱਚੋਂ ਸਭ ਤੋਂ ਮਿੱਠੀ ਤੇ ਸੋਹਣੀ ਰੁੱਤ ਬਸੰਤ ਮੰਨੀ ਜਾਂਦੀ ਆ। ਇਸ ਸੁਹਾਵਣੀ ਰੁੱਤੇ ਮਾਘ ਸੁਦੀ 5 ਨੂੰ ਬਸੰਤ ਪੰਚਮੀ ਦਾ ਤਿਉਹਾਰ ਸਾਰੇ ਪੰਜਾਬ ਦੇ ਵਿੱਚ ਬੜੀ ਖੁਸ਼ੀ ਨਾਲ ਮਨਾਇਆ ਜਾਂਦਾ। ਅਨੇਕਾਂ ਥਾਵਾਂ ਦੇ ਉੱਤੇ ਨਿੱਕੇ ਵੱਡੇ ਮੇਲੇ ਲੱਗਦੇ ਆ। ਪਟਿਆਲੇ ਤੇ ਛਿਹਾਟੇ ਦੇ ਵਿੱਚ ਭਰਵਾਂ ਮੇਲਾ ਲੱਗਦਾ ਬਸੰਤ ਪੰਚਮੀ ਦਾ ਤੇ ਕਾਫੀ ਪ੍ਰਸਿੱਧ ਆ। ਦੇਸ਼ ਦੀ ਵੰਡ ਹੋਣ ਤੋਂ ਪਹਿਲਾਂ ਬਸੰਤ ਦਾ ਇੱਕ ਵੱਡਾ ਮੇਲਾ ਵੀਰ ਹਕੀਕਤ ਰਾਏ ਦੀ ਸਮਾਧ ਉੱਤੇ ਲਾਹੌਰ ਵਿੱਚ ਲੱਗਿਆ ਕਰਦਾ ਸੀ। ਮਤਲਬ ਬਸੰਤ ਪੰਚਮੀ ਦਾ ਮੇਲਾ ਜਿਹੜਾ ਵੀਰ ਹਕੀਕਤ ਰਾਏ ਦੀ ਸਮਾਧ ਉੱਤੇ ਲੱਗਦਾ ਜਿਹੜਾ ਉਹ ਜ਼ਿਆਦਾ ਪ੍ਰਸਿੱਧ ਸੀ, ਪਰ ਮੌਜੂਦਾ ਸਮੇਂ ਪਟਿਆਲੇ ਤੇ ਛਿਹਾਟੇ ਦੀ ਬਸੰਤ ਪੰਚਮੀ ਜਿਹੜੀ ਉਹ ਪ੍ਰਸਿੱਧ ਹੈ। ਹੁਣ ਅੱਗੋਂ ਲੇਖਕ ਨੇ ਹਰ ਮਹੀਨੇ ਦੇ ਹਿਸਾਬ ਦੇ ਨਾਲ ਮੇਲੇ ਜਾਂ ਤਿਉਹਾਰਾਂ ਦਾ ਜ਼ਿਕਰ ਕੀਤਾ ਆ। ਫੱਗਣ ਮਹੀਨੇ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ। ਹੋਲੀ ਨੂੰ ਰੰਗਾਂ ਦਾ ਤਿਉਹਾਰ ਮੰਨਿਆ ਜਾਂਦਾ ਤੇ ਇਹ ਕਿਹਾ ਜਾਂਦਾ ਕਿ ਰੰਗਾਂ ਵਿੱਚ ਕੁਦਰਤ ਵਸਦੀ ਆ ਤੇ ਕੁਦਰਤ ਵਿੱਚ ਰੱਬ। ਸੋ ਰੰਗਾਂ ਨਾਲ ਖੇਡਦਾ ਪੰਜਾਬੀ ਕੁਦਰਤ ਤੇ ਰੱਬ ਦੋਹਾਂ ਦੇ ਨਾਲ ਜਿਹੜਾ ਵਾ ਇੱਕ ਸੁਰ ਹੋ ਜਾਂਦਾ ਹੈ। ਇਹ ਤਿਉਹਾਰ ਪ੍ਰਾਚੀਨ ਕਾਲ ਤੋਂ ਚੱਲਿਆ ਆ ਰਿਹਾ ਆ, ਜਿਸ ਵਿੱਚ ਹਰ ਯੁੱਗ ਵਿੱਚ ਕਈ ਵਿਸ਼ਵਾਸ ਤੇ ਧਾਰਮਿਕ ਅੰਸ਼ ਜਿਹੜੇ ਉਹ ਰਲਦੇ ਰਹੇ ਆ, ਜਿਸ ਕਰਕੇ ਇਸ ਦਾ ਮੂਲ ਰੂਪ ਨਿਤਾਰਨਾ ਜਿਹੜਾ ਉਹ ਕਠਿਨ ਹੋ ਗਿਆ। ਕਹਿਣ ਤੋਂ ਭਾਵ ਕਿ ਪ੍ਰਾਚੀਨ ਸਮੇਂ ਤੋਂ ਚੱਲਿਆ ਆ ਰਿਹਾ ਹੋਲੀ ਦਾ ਤਿਉਹਾਰ ਜਿਹੜਾ ਇਹਦੇ ਵਿੱਚ ਲੋਕਾਂ ਦੀਆਂ ਮਨ ਮਨੌਤਾਂ, ਵਿਸ਼ਵਾਸ ਤੇ ਧਾਰਮਿਕ ਅੰਸ਼ ਵੀ ਰਲੇ ਆ। ਇਸ ਕਰਕੇ ਕਿਹਾ ਨਹੀਂ ਜਾ ਸਕਦਾ ਕਿ ਐਗਜ਼ੈਕਟਲੀ ਇਹ ਮੇਲਾ ਜਿਹੜਾ ਵਾ ਕਿਹਦੇ ਨਾਲ ਸੰਬੰਧਿਤ ਆ। ਕੁਛ ਲੋਕ ਹੋਲੀ ਨੂੰ ਪੁਰਾਣਿਕ ਕਾਲ ਦੇ ਪ੍ਰਹਿਲਾਦ ਭਗਤ ਦੀ ਕਥਾ ਨਾਲ ਵੀ ਜੋੜਦੇ ਆ ਕਿ ਪ੍ਰਹਿਲਾਦ ਭਗਤ ਨੂੰ ਉਹਦੀ ਭੂਆ ਜਿਹੜੀ ਸੀਗੀ ਉਹ ਆਪਣੀ ਗੋਦੀ 'ਚ ਚੁੱਕ ਕੇ ਬਲਦੀ ਅੱਗ ਦੇ ਵਿੱਚ ਬੈਠ ਗਈ ਸੀ, ਪਰ ਪ੍ਰਹਿਲਾਦ ਭਗਤ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਜਦ ਕਿ ਹੋਲਿਕਾ ਸੜ ਕੇ ਸੁਆਹ ਹੋ ਗਈ। ਤੇ ਮੰਨਿਆ ਜਾਂਦਾ ਕਿ ਹੋਲਿਕਾ ਸ਼ਬਦ ਤੋਂ ਜਿਹੜਾ ਹੋਂਦ ਵਿੱਚ ਆਇਆ ਸ਼ਬਦ ਹੋਲੀ ਹੈ। ਹੁਣ ਪੁਰਾਤਨ ਸਮੇਂ ਦਾ ਜਿਹੜਾ ਹੋਲੀ ਤਿਉਹਾਰ ਸੀਗਾ ਉਹ ਸਿਰਫ ਰੰਗਾਂ ਨਾਲ ਸੰਬੰਧਿਤ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪੁਰਬ ਨੂੰ ਪੰਜਾਬੀਆਂ ਦੀਆਂ ਵੀਰ ਭਾਵਨਾਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਇੱਕ ਨਵੀਂ ਦਿਸ਼ਾ ਦੇ ਦਿੱਤੀ। ਹੋਲੀ ਵਾਲੇ ਦਿਨ ਉਹ ਅਨੰਦਪੁਰ ਸਾਹਿਬ ਵਿੱਚ ਇੱਕ ਦਰਬਾਰ ਸਜਾਉਂਦੇ ਸੀ। ਉਹਦੇ ਵਿੱਚ ਬਹਾਦਰ ਸੂਰਮੇ ਜਿਹੜੇ ਸੀਗੇ ਉਹ ਇਕੱਠੇ ਹੁੰਦੇ ਸੀ ਤੇ ਉਹ ਸ਼ਸਤਰਾਂ ਦੇ ਕਰਤੱਵ ਦਿਖਾਉਂਦੇ ਸੀ। ਜਿਹੜੇ ਵੀ ਚੰਗੇ ਤਰੀਕੇ ਦੇ ਨਾਲ ਆਪਣੇ ਸ਼ਸਤਰਾਂ ਦੇ ਕਰਤੱਵ ਦਿਖਾਉਂਦੇ ਸੀਗੇ, ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਇਨਾਮ ਦੇ ਕੇ ਸਨਮਾਨਿਤ ਕਰਦੇ ਸੀਗੇ। ਹੁਣ ਵੀ ਹੋਲੇ ਮਹੱਲੇ ਨੂੰ ਅਨੰਦਪੁਰ ਵਿੱਚ ਭਾਰੀ ਮੇਲਾ ਜਿਹੜਾ ਉਹ ਜੋੜਦਾ ਹੈ। ਸੋ ਗੁਰੂ ਗੋਬਿੰਦ ਸਿੰਘ ਜੀ ਦਾ ਪਰਪਸ ਇਹ ਸੀਗਾ ਕਿ ਲੋਕਾਂ ਦੇ ਵਿੱਚ ਜਿਹੜੀਆਂ ਵਾ ਉਹ ਵੀਰ ਰਸੀ ਭਾਵਨਾਵਾਂ ਨੂੰ ਜਿਹੜਾ ਪ੍ਰਗਟ ਕੀਤਾ ਜਾਵੇ ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਤਿਆਰ ਬਰ ਤਿਆਰ ਸਿੰਘ ਜਿਹੜੇ ਉਹ ਸੱਜ ਸਕਣ। ਉਸ ਤੋਂ ਅੱਗੇ ਆ ਸਾਵਣ ਦੀ ਰੁੱਤ ਦਾ ਆਪਣਾ ਸਵਾਦ ਆ। ਇਸ ਸੁਹਾਵਣੀ ਰੁੱਤੇ ਤੀਆਂ ਦੇ ਮੌਸਮੀ ਮੇਲੇ ਲੱਗਦੇ ਆ। ਹੁਣ ਗਰਮੀਆਂ ਦੀ ਰੁੱਤ ਹੁੰਦੀ ਆ, ਸਾਉਣ ਦੀ ਰੁੱਤ ਕਾਫੀ ਜ਼ਿਆਦਾ ਹੁਮਸ ਭਰੇ ਦਿਨ ਹੁੰਦੇ ਆ, ਪਰ ਮੀਂਹ ਆਉਣ ਕਰਕੇ ਮਹੀਨਾ ਜਿਹੜਾ ਸੁਹਾਵਣਾ ਮੰਨਿਆ ਜਾਂਦਾ। ਨਵੀਆਂ ਵਿਆਹੀਆਂ ਕੁੜੀਆਂ ਇਸ ਤਿੱਥ ਦੀ ਉਡੀਕ ਜਿਹੜੀ ਉਤਸੁਕਤਾ ਨਾਲ ਕਰਦੀਆਂ ਆ, ਕਿਉਂਕਿ ਉਹਨਾਂ ਨੇ ਆਪਣੇ ਸਹੁਰੇ ਘਰ ਤੋਂ ਪੇਕੇ ਘਰ ਜਾਣਾ ਹੁੰਦਾ। ਤੀਆਂ ਦਾ ਮੇਲਾ ਹਰ ਪਿੰਡ ਵਿੱਚ ਲੱਗਦਾ ਆ। ਫਿਰ ਉਹ ਕਹਿੰਦੇ ਕਿ ਪਿੰਡ ਦੀਆਂ ਕੁੜੀਆਂ ਪਿੱਪਲਾਂ ਹੇਠਾਂ ਪੀਂਘਾਂ ਪਾ ਕੇ ਝੂਟਦੀਆਂ ਤੇ ਤੀਆਂ ਦੇ ਗੀਤ ਗਾਉਂਦੀਆਂ ਆਪਣੇ ਆਪ ਹੀ ਇੱਕ ਮੇਲਾ ਰਚ ਲੈਂਦੀਆਂ। ਇਹ ਥੋੜ੍ਹੇ ਪੁਰਾਤਨ ਸਮੇਂ ਦੇ ਮੇਲੇ ਆ। ਮੌਜੂਦਾ ਸਮੇਂ ਇਹਨਾਂ ਦਾ ਰੰਗ ਢੰਗ ਜਿਹੜਾ ਉਹ ਕਾਫੀ ਹੱਦ ਤੱਕ ਬਦਲ ਗਿਆ ਹੈ। ਉਸ ਤੋਂ ਬਾਅਦ ਆ ਕਿ ਪੰਜਾਬ ਦੇ ਕੁਝ ਮੇਲੇ ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਜਿਹੜੀ ਸਰਪ ਪੂਜਾ ਆ ਉਹਦੇ ਨਾਲ ਵੀ ਸੰਬੰਧਿਤ ਆ ਕਿ ਪੁਰਾਣੇ ਲੋਕ ਸੱਪਾਂ ਦੀ ਪੂਜਾ ਕਰਿਆ ਕਰਦੇ ਨੇ। ਪੁਰਾਣ ਕਥਾਵਾਂ ਮਤਲਬ ਜਿਹੜਾ ਵੇਦ ਪੁਰਾਣ ਆ ਉਹਨਾਂ ਦੇ ਵਿੱਚ ਜਿਹੜੀਆਂ ਕਥਾਵਾਂ ਦਰਜ ਆ ਉਹਨਾਂ ਅਨੁਸਾਰ ਕੀ ਮੰਨਿਆ ਗਿਆ ਕਿ ਧਰਤੀ ਸ਼ੇਸ਼ਨਾਗ ਜਿਹੜਾ ਸੱਪ ਆ ਉਹਦੇ ਫੰਨਾਂ ਦੇ ਉੱਤੇ ਖੜੀ ਹੈ ਜਦੋਂ ਪਰਲੋ ਆਉਂਦੀ ਆ। ਪਰਲੋ ਦਾ ਮਤਲਬ ਕਿਆਮਤ ਜਾਂ ਅੰਤਲਾ ਦਿਨ। ਜਦੋਂ ਪਰਲੋ ਆਉਂਦੀ ਆ ਵਿਨਾਸ਼ ਹੋਣ ਵਾਲਾ ਹੁੰਦਾ ਤੇ ਵਿਸ਼ਨੂੰ ਭਗਵਾਨ ਜਿਹੜੇ ਆ ਉਹ ਸ਼ੇਸ਼ਨਾਗ ਦੀ ਸੀਜ ਦੇ ਉੱਤੇ ਆ ਕੇ ਨਿਵਾਸ ਕਰਦੇ ਆ ਤੇ ਸ਼ੇਸ਼ਨਾਗ ਆਪਣੇ 1000 ਫੰਨਾਂ ਨਾਲ ਵਿਸ਼ਨੂੰ ਦੇ ਸਿਰ ਉੱਤੇ ਛਤਰ ਵਾਂਗ ਝੂਲ ਕੇ ਉਹਨੂੰ ਪਰਲੋ ਤੋਂ ਬਚਾ ਲੈਂਦੇ ਆ। ਸ਼ੇਸ਼ਨਾਗ, ਸ਼ੇਸ਼ ਦਾ ਮਤਲਬ ਹੁੰਦਾ 1000, ਸਹਿਸ ਜਾਂ ਸ਼ੇਸ਼। ਤੇ ਮੰਨਿਆ ਜਾਂਦਾ ਕਿ ਜਿਹੜਾ ਸ਼ੇਸ਼ਨਾਗ ਆ ਉਹਦੀ ਇੱਕ ਫੰਨ ਨਹੀਂ ਹੁੰਦੀ ਬਲਕਿ 1000 ਫੰਨਾਂ ਹੁੰਦੀਆਂ ਤੇ ਆਪਣੀਆਂ ਸਾਰੀਆਂ ਫੰਨਾਂ ਜਿਹੜੀਆਂ ਉਹਨਾਂ ਨੂੰ ਖਿਲਾਰ ਕੇ ਤੇ ਵਿਸ਼ਨੂੰ ਭਗਵਾਨ ਨੂੰ ਬਚਾ ਲੈਂਦੇ। ਜਿਹੜਾ ਆਦਿ ਮਨੁੱਖ ਸੀਗਾ ਉਹਦਾ ਇਹ ਵਿਸ਼ਵਾਸ ਸੀ ਕਿ ਜਿਹੜਾ ਸ਼ੇਸ਼ਨਾਗ ਆ ਉਹ ਭੂਮੀ ਦੀ ਉਤਪਾਦਕਤਾ ਉੱਤੇ ਅਸਰ ਪਾਉਂਦਾ ਆ। ਇਸ ਕਰਕੇ ਪਹਿਲੇ ਸਮਿਆਂ ਵਿੱਚ ਕਿਸਾਨ ਜਦੋਂ ਪੈਲੀ ਨੂੰ ਵਾਹੁੰਦੇ ਸੀ, ਬੀਜਦੇ ਸੀ ਜਾਂ ਫਸਲ ਨੂੰ ਵੱਢਦੇ ਸੀਗੇ ਤੇ ਉਸ ਤੋਂ ਪਹਿਲਾਂ ਉਹ ਨਾਗ ਦੀ ਪੂਜਾ ਕਰਿਆ ਕਰਦੇ ਸੀਗੇ ਤਾਂ ਕਿ ਨਾਗ ਦੇਵਤਾ ਪ੍ਰਸੰਨ ਹੋ ਕੇ ਉਹਨਾਂ ਦੀ ਫਸਲ ਜਿਹੜੀ ਉਹਦੇ ਵਿੱਚ ਬਰਕਤ ਪਾਉਣ। ਸੋ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਵਾ ਆਲੇ ਦੁਆਲੇ ਖੇਤਾਂ ਦੇ ਵਿੱਚ ਮੇਲੇ ਲੱਗਿਆ ਕਰਦੇ ਸੀ। ਪੂਰਾ ਮਹੀਨਾ ਹੀ ਮੇਲੇ ਜਿਹੜੇ ਉਹ ਚੱਲਦੇ ਰਹਿੰਦੇ ਸੀ ਕਿ ਨਾਗ ਦੇਵਤਾ ਦੀ ਪੂਜਾ ਕੀਤੀ ਜਾਂਦੀ ਸੀ। ਇਸ ਕਰਕੇ ਇਹਨਾਂ ਦਿਨਾਂ ਨੂੰ ਜਾਂ ਇਸ ਮਹੀਨੇ ਨੂੰ ਨਾਗ ਮਾਹਾ ਵੀ ਕਿਹਾ ਜਾਂਦਾ ਸੀਗਾ ਕਿ ਨਾਗਾਂ ਦਾ ਮਹੀਨਾ ਹੈ।
ਅੱਗੇ ਸਰਪ ਪੂਜਾ ਦੇ ਨਾਲ ਸੰਬੰਧਿਤ ਮੇਲੇ ਹੈਗੇ ਆ। ਸਭ ਤੋਂ ਪਹਿਲਾ ਮੇਲਾ ਹੈਗਾ ਗੁੱਗੇ ਨਾਲ ਸੰਬੰਧਿਤ। ਵਰਖਾ ਰੁੱਤ ਦੇ ਕੁਝ ਮੇਲੇ ਜਿਹੜੇ ਉਹ ਗੁੱਗੇ ਨਾਲ ਸੰਬੰਧਿਤ ਆ। ਗੁੱਗਾ ਜਿਹੜਾ ਵਾ ਉਹ ਸੱਪ ਨੂੰ ਹੀ ਕਿਹਾ ਜਾਂਦਾ। ਗੁੱਗੇ ਦੀ ਪੂਜਾ ਅਸਲ 'ਚ ਸਰਪ ਪੂਜਾ ਦਾ ਵਧੇਰੇ ਸੁਧਰਿਆ ਰੂਪ ਹੈ। ਮਤਲਬ ਆਮ ਭਾਸ਼ਾ 'ਚ ਆਪਾਂ ਕਹਿ ਲੈਂਦੇ ਸੱਪ, ਠੀਕ ਹੈ, ਫਿਰ ਉਹਨੂੰ ਸਰਪ ਵੀ ਕਿਹਾ ਜਾਂਦਾ, ਪਰ ਜੇ ਉਹਨੂੰ ਮਤਲਬ ਇੱਕ ਸਤਿਕਾਰਯੋਗ ਸ਼ਬਦ ਵਰਤਣਾ ਹੋਵੇ ਤਾਂ ਫਿਰ ਉਹਨੂੰ ਗੁੱਗਾ ਕਿਹਾ ਜਾਂਦਾ। ਗੁੱਗਾ ਸ਼ਬਦ ਉਸ ਸੱਪ ਦਾ ਵਾਚਕ ਆ ਜਿਹੜਾ ਰੂਪ ਬਦਲ ਕੇ ਮਨੁੱਖ ਦਾ ਜਾਮਾ ਧਾਰਨ ਕਰ ਸਕੇ। ਮਤਲਬ ਗੁੱਗਾ ਇੱਕ ਆਮ ਸੱਪ ਨਹੀਂ ਆ, ਬਲਕਿ ਇੱਕ ਇੱਛਾਧਾਰੀ ਨਾਗ ਜਿਵੇਂ ਆਪਾਂ ਕਹਿ ਲੈਂਦੇ ਆ, ਉਹ ਚੀਜ਼ ਆ ਕਿ ਇਹ ਮਨੁੱਖੀ ਜਾਮਾ ਜਿਹੜਾ ਉਹ ਧਾਰਨ ਕਰ ਸਕਦਾ ਹੈ। ਸੁਣੀ ਸੁਣਾਈ ਚੀਜ਼ ਹੈ, ਇਹ ਨਹੀਂ ਪਤਾ ਕਿ ਇਹਦੇ ਪਿੱਛੇ ਕੀ ਲੌਜਿਕ ਹੈ ਜਾਂ ਨਹੀਂ। ਲੋਕਧਾਰਾ ਅਨੁਸਾਰ ਗੁੱਗਾ ਮੂਲ ਰੂਪ ਵਿੱਚ ਸੱਪਾਂ ਦਾ ਰਾਜਾ ਹੋਇਆ ਕਰਦਾ ਸੀ, ਜੋ ਮਨੁੱਖੀ ਜਾਮੇ ਵਿੱਚ ਸੰਸਾਰ ਵਿੱਚ ਆਇਆ। ਮਤਲਬ ਕਿਸੇ ਸਮੇਂ 'ਤੇ ਕਿਹਾ ਜਾਂਦਾ ਆ ਕਿ ਗੁੱਗਾ ਜਿਹੜਾ ਸੀਗਾ ਉਹ ਸੱਪਾਂ ਦਾ ਰਾਜਾ ਸੀਗਾ ਅਤੇ ਮਨੁੱਖੀ ਜਾਮੇ ਦੇ ਵਿੱਚ ਉਹਨੇ ਸੰਸਾਰ ਉੱਤੇ ਜਨਮ ਲਿਆ। ਹੁਣ ਲੇਖਕ ਨੂੰ ਲੱਗਦਾ ਕਿ ਗੁੱਗਾ ਕੋਈ ਰਾਜਪੂਤੀ ਯੋਧਾ ਸੀਗਾ, ਜਿਸ ਨੇ ਕੁਝ ਲੜਾਈਆਂ ਆਪਣੇ ਕਬੀਲੇ ਦੇ ਲੋਕਾਂ ਦੇ ਨਾਲ ਲੜੀਆਂ ਅਤੇ ਕੁਝ ਬਾਹਰੋਂ ਆਏ ਮੁਸਲਮਾਨ ਧਾੜਵੀਆਂ ਦੇ ਨਾਲ। ਹੁਣ ਇਸ ਗੁੱਗੇ ਦੀ ਜਿਹੜੀ ਬਹਾਦਰੀ ਦੀ ਕਹਾਣੀ ਆ, ਵੀਰ ਗਾਥਾ ਆ, ਪਿੱਛੋਂ ਉਹਦੇ ਉੱਤੇ ਮੁਸਲਮਾਨਾਂ ਦੀ ਰੰਗਤ ਚੜ੍ਹ ਗਈ ਅਤੇ ਸਮੇਂ ਬੀਤਣ ਦੇ ਨਾਲ ਲੋਕਧਾਰਾ ਦੇ ਅਨੇਕਾਂ ਤੱਤ ਜਿਹੜੇ ਹੈਗੇ ਇਸ ਕਥਾ ਵਿੱਚ ਸ਼ਾਮਿਲ ਹੋ ਗਏ। ਹੌਲੀ ਹੌਲੀ ਗੁੱਗੇ ਨੂੰ ਸਰਪ ਪੂਜਾ ਨਾਲ ਜੋੜ ਲਿਆ ਗਿਆ। ਸੋ ਗੁੱਗੇ ਦੀ ਯਾਦ ਵਿੱਚ ਇੱਕ ਬਹੁਤ ਵੱਡਾ ਮੇਲਾ ਲੱਗਦਾ ਜਿਹੜਾ ਕਿ ਛਪਾਰ ਵਿੱਚ ਮਨਾਇਆ ਜਾਂਦਾ। ਹਾਂਜੀ, ਗੁੱਗੇ ਦੀ ਪੂਜਾ ਦੇ ਨਾਲ ਸੰਬੰਧਿਤ ਮੇਲਾ ਆ ਛਪਾਰ ਦਾ ਮੇਲਾ। ਇਹ ਮੇਲਾ ਲੁਧਿਆਣੇ ਦੇ ਪਿੰਡ ਛਪਾਰ ਵਿੱਚ ਲੱਗਦਾ ਆ। ਭਾਦੋਂ ਮਹੀਨੇ ਦੀ ਸੁਦੀ 14 ਨੂੰ ਲੱਗਦਾ। ਪਿੰਡ ਦੀ ਦੱਖਣੀ ਗੁੱਠੇ ਜਿਹੜਾ ਗੁੱਗੇ ਪੀਰ ਦੀ ਇੱਕ ਮਾੜੀ ਆ। ਮਾੜੀ ਦਾ ਮਤਲਬ ਹੁੰਦਾ ਪੀਰ ਦੀ ਜਗ੍ਹਾ ਆ, ਮਤਲਬ ਗੁੱਗੇ ਪੀਰ ਦੀ ਇੱਕ ਜਗ੍ਹਾ ਬਣੀ ਆ। ਗੁੱਗੇ ਦੇ ਭਗਤਾਂ ਨੇ ਜਿਹੜਾ ਸੀਗਾ ਰਾਜਸਥਾਨ ਦੀ ਕਿਸੇ ਵੀ ਮਾੜੀ ਤੋਂ, ਮਤਲਬ ਜਿੱਥੇ ਰਾਜਸਥਾਨ ਦੇ ਵਿੱਚ ਮੇਨ ਮਾੜੀ ਮੰਨੀ ਗਈ ਗੁੱਗੇ ਪੀਰ ਦੀ, ਉੱਥੋਂ ਉਹਨਾਂ ਨੇ ਮਿੱਟੀ ਲਿਆਂਦੀ ਅਤੇ 1880 ਵਿਕਰਮੀ ਵਿੱਚ ਇੱਥੇ ਜਿਹੜਾ ਸੀਗਾ ਗੁੱਗੇ ਦੀ ਜਗ੍ਹਾ ਬਣਾ ਦਿੱਤੀ। ਉਦੋਂ ਤੋਂ ਹੀ ਇਹ ਮੇਲਾ ਜਿਹੜਾ ਹੁਣ ਤੱਕ ਚੱਲਿਆ ਆ ਰਿਹਾ ਆ। ਛਪਾਰ ਦਾ ਮੇਲਾ ਭਾਵੇਂ ਕਿ ਗੁੱਗੇ ਦੀ ਯਾਦ ਵਿੱਚ ਲੱਗਦਾ, ਪਰ ਇਸ ਵਿੱਚ ਗੁੱਗੇ ਦੇ ਭਗਤਾਂ ਤੋਂ ਬਿਨਾਂ ਹੋਰ ਲੋਕ ਵੀ ਜਿਹੜੇ ਉਹ ਭਾਰੀ ਮਾਤਰਾ ਵਿੱਚ ਸ਼ਾਮਿਲ ਹੁੰਦੇ ਆ। ਇਸ ਕਰਕੇ ਇਸ ਮੇਲੇ ਦਾ ਚਰਿੱਤਰ ਜਾਂ ਰੂਪ ਜਿਹੜਾ ਉਹ ਲੌਕਿਕ ਹੋ ਗਿਆ। ਭਾਵ ਕਿ ਜ਼ਰੂਰੀ ਨਹੀਂ ਕਿ ਸੱਪਾਂ ਦੀ ਪੂਜਾ ਕਰਨ ਵਾਲੇ ਲੋਕ ਹੀ ਇਸ ਮੇਲੇ ਵਿੱਚ ਸ਼ਿਰਕਤ ਕਰਨ, ਆਮ ਲੋਕ ਵੀ ਮੇਲਾ ਵੇਖਣ ਦੇ ਬਹਾਨੇ ਜਿਹੜਾ ਉਹਦੇ ਵਿੱਚ ਚਲੇ ਜਾਂਦੇ ਆ। ਇਸ ਮੇਲੇ ਵਿੱਚ ਪੰਜਾਬੀਆਂ ਨੂੰ ਉਹਨਾਂ ਦੇ ਪੂਰੇ ਰੰਗ ਵਿੱਚ ਵੇਖਿਆ ਜਾ ਸਕਦਾ ਹੈ। ਮਤਲਬ ਇਹ ਮੇਲਾ ਜਿਹੜਾ ਵਾ ਇੰਨਾ ਵਧੀਆ ਜਾਂ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾਂਦਾ ਕਿ ਹਰ ਪੰਜਾਬੀ ਜਿਹੜਾ ਵਾ ਪੂਰੇ ਜਲਾਅ ਜਾਂ ਸ਼ਾਨੋ ਸ਼ੌਕਤ ਦੇ ਨਾਲ ਮੇਲੇ ਦੇ ਵਿੱਚ ਪਹੁੰਚ ਕਰਦਾ ਹੈ। ਸੋ ਬੇਟਾ ਅੱਜ ਇੰਨਾ ਹੀ, ਇੰਨੇ ਨੂੰ ਚੰਗੇ ਤਰੀਕੇ ਨਾਲ ਪੜ੍ਹਨਾ ਆ। ਜੇ ਕੋਈ ਚੀਜ਼ ਕਿਤੋਂ ਵੀ ਨਹੀਂ ਸਮਝ ਆਉਂਦੀ ਹੋਊਗੀ ਤਾਂ ਜਿਸ ਦਿਨ ਗੂਗਲ ਮੀਟ ਹੋਊਗੀ ਉਸ ਦਿਨ ਆਪਾਂ ਉਹਨੂੰ ਵੇਖਣਾ।